देश दुनिया च वसदे पंजाबियों ਨੂੰ ਜੀ ਆਇਆਂ। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सुकीरत आनंद। आनंद साहब जी आया। मेहरबानी। सुकीरत जी, अज का विषा सेंसिटिव संवेदनशील है। असीं एक ऐसे दौर च जी रहे हैं जिथे सरकारां चाहुंदियां ने कि हर चीज़ उन्हां दे कब्जे च होवे। ਉਹ ਬੋਲਣ ਦੀ ਆਜ਼ਾਦੀ ਤੋਂ ਲੈ ਕੇ ਕਿਸੇ ਨੂੰ ਜੀਣ ਦੇ ਹੱਕ ਆਪਣੀ ਮਰਜ਼ੀ ਨਾਲ ਦੇਣਾ ਚਾਹੁੰਦੇ। ਲੇਟੈਸਟ ਹੱਲਾ ਬੋਲਿਆ ਗਿਆ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਰੈਗੂਲੇਟ ਕਰਨ ਦੇ ਨਾਂ ਥੱਲੇ ਇਹ ਆਜ਼ਾਦੀ ਇੱਕ ਤਰ੍ਹਾਂ ਸੀਮਤ ਕੀਤੀ ਜਾ ਰਹੀ, ਬੋਲਣ ਦੀ ਆਜ਼ਾਦੀ। ਔਰ ਵਾਇਆ ਮੀਡੀਆ ਅਦਾਲਤੀ ਪ੍ਰਕਿਰਿਆ ਦੇ ਇੰਜ ਹੋ ਰਿਹਾ। ਅਦਾਲਤਾਂ ਦਾ ਹਰ ਹੁਕਮ ਸਿਰ ਮੱਥੇ ਮਾਣਯੋਗ ਨੇ, ਲੇਕਿਨ ਇੱਕ ਆਮ ਵਿਚਾਰ ਅੱਗੇ ਵੱਧ ਰਿਹਾ ਕਿ ਸਰਕਾਰਾਂ ਹਾਕਮ ਸ਼੍ਰੇਣੀ ਚਾਹ ਰਹੀ ਆ ਕਿ ਕੁਝ ਵੀ ਖੁੱਲਾ ਨਾ ਛੱਡਿਆ ਜਾਵੇ, ਹਰੇਕ ਚੀਜ਼ ਤੇ ਨਿਯੰਤਰਣ ਹੋਵੇ। ਮੈਂ ਤੁਹਾਡੇ ਸ਼ੁਰੂਆਤੀ ਸ਼ਬਦ ਲੈਣਾ ਚਾਹੂੰਗਾ। ਗੱਲ ਹੈ ਕਿ ਹਰਜਿੰਦਰ ਜੀ, ਇਹ ਤੇ ਫੈਕਟ ਹੈ ਕਿ ਵੀ ਸਰਕਾਰ ਹਰ ਚੀਜ਼ ਤੇ ਕਾਬਜ਼ ਹੋਣਾ ਚਾਹੁੰਦੀ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਰਵਾਇਤੀ ਮੀਡੀਆ ਹੈ, ਅਖਬਾਰਾਂ ਜਾਂ ਟੀਵੀ, ਉਹਦੇ ਉੱਤੇ ਸਰਕਾਰ ਕਾਬਜ਼ ਹੈ। ਸੋਸ਼ਲ ਮੀਡੀਆ ਇੱਕ ਐਸਾ ਥਾਂ ਸੀ ਜਿਹਦੇ ਉੱਤੇ ਸਰਕਾਰ ਜਿਹੜਾ ਪੂਰੀ ਤਰ੍ਹਾਂ ਕਾਬਜ਼ ਨਹੀਂ ਸੀ, ਜਾਂ ਕਾਬਜ਼ ਕਿਸੇ ਵੇਲੇ ਸੀ ਕਿਉਂਕਿ ਉਹਨਾਂ ਦੇ ਲੋਕ ਬੜੇ ਸਰਗਰਮ ਸਨ। ਸੋਸ਼ਲ ਮੀਡੀਆ ਤੇ ਤਾਂ ਲੋਕ ਹੀ ਪੈਦਾ ਕਰਨੇ ਹੁੰਦੇ ਨੇ ਨਾ, ਤੇ ਸਾਨੂੰ ਇਹ ਵੀ ਪਤਾ ਹੈ ਕਿ ਉਹਨਾਂ ਨੇ ਬੜੀ ਸਾਰੀ ਸਰਗਰਮੀ ਵਿਖਾਈ ਵੀ। ਹੁਣ ਇਹ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਕਿਸਾਨ ਅੰਦੋਲਨ ਕਹਿ ਲਓ ਜਾਂ ਕੋਵਿਡ ਦੀ ਬਿਮਾਰੀ ਕਹਿ ਲਓ, ਲੋਕਾਂ ਦਾ ਜਿਹੜਾ ਨਾ ਭਰਮ ਟੁੱਟਿਆ ਹੋਇਆ, ਤੇ ਸੋਸ਼ਲ ਮੀਡੀਆ ਤੇ ਉਹੀ ਲੋਕ ਜਿਹੜੇ ਕਿ ਹਰ ਗੱਲ ਨੂੰ ਸਮਝ ਲੈਂਦੇ ਸਨ ਕਿ ਸੱਤ ਬਚਨ ਹੈ, ਤੇ ਉਹਦੇ ਨਾਲ ਕਿੰਤੂ ਪਰੰਤੂ ਕਰਨਾ ਸ਼ੁਰੂ ਕੀਤਾ, ਕਿਉਂਕਿ ਸੋਸ਼ਲ ਮੀਡੀਆ ਤੇ ਕੋਈ ਵੀ ਆ ਸਕਦਾ ਉਹਦੇ ਤੇ ਕੋਈ। ਹੁਣ ਉਹਦੇ ਚ ਗੱਲ ਹੈ ਕਿ ਉਹਦੇ ਚੋਂ ਇਹ ਗੱਲ ਨਿਕਲਦੀ ਹੈ ਕਿ ਸਰਕਾਰ ਨੂੰ ਜਦੋਂ ਲੱਗਣ ਲੱਗਾ ਕਿ ਇੱਕ ਵੱਡਾ ਦੂਜਾ ਮੈਨੂੰ ਲੱਗਦਾ ਇਹਦੇ ਨਾਲ ਜੁੜੀ ਹੋਈ ਗੱਲ ਹੈ ਕਿ ਜਦੋਂ ਜਿਹੜਾ ਰਵਾਇਤੀ ਮੀਡੀਆ ਹੈ ਉਹਦਾ ਭਰਮ ਲੋਕਾਂ ਚ ਟੁੱਟਿਆ, ਬੜੇ ਸਾਰੇ ਲੋਕ ਨੇ ਜਿਨ੍ਹਾਂ ਨੇ ਟੀਵੀ ਵਗੈਰਾ ਵੇਖਣਾ ਬੰਦ ਕਰਤਾ। ਬਿਲਕੁਲ। ਇਸ ਲਈ ਲੋਕੀ ਹੁਣ ਚੈਨਲਾਂ ਦੇ ਉੱਤੇ, ਜਿਹੜੇ ਤੁਹਾਡੇ ਚੈਨਲ ਵਰਗੇ ਚੈਨਲ ਨੇ, ਉਹਨਾਂ ਤੇ ਭਰੋਸਾ ਰੱਖਦੇ ਨੇ। ਉਹ ਵੈਬ ਤੇ ਜਿਹੜੇ ਪਰਚੇ ਨਿਕਲਦੇ ਨੇ ਉਹਨਾਂ ਤੇ ਭਰੋਸਾ ਰੱਖਦੇ ਨੇ। ਉਹ ਚੋਂ ਕੀ ਹੋਇਆ ਕਿ ਸਰਕਾਰ ਨੇ 3 ਮਹੀਨੇ ਪਹਿਲਾਂ ਇਹ ਗੱਲ ਕੱਢੀ ਕਿ ਆਹ ਗੱਲਾਂ ਜਿਹੜੀਆਂ ਨੇ ਇਹ ਕਰਨੀਆਂ ਪੈਣਗੀਆਂ ਕਿਸੇ ਵੀ। ਉਹ ਅਸਲ ਚ ਇਹ ਹੈ ਕਿ ਉਹਨਾਂ ਨੇ ਜਿਹੜੀ 50 ਲੱਖ ਦੀ ਉਹਦੇ ਚ ਰੱਖੀ ਨਾ, ਕਿ ਜਿਹੜੇ ਵੀ ਮੀਡੀਆ ਦੇ ਉੱਤੇ 50 ਲੱਖ ਤੋਂ ਵੱਧ ਉਹਦੇ ਸਰੋਤੇ ਕਹਿ ਲਓ ਜਾਂ ਪਾਠਕ ਕਹਿ ਲਓ, ਉਹਦੇ ਸਭ ਤੋਂ ਪਹਿਲਾਂ ਟਵਿੱਟਰ, ਵਟਸਐਪ ਤੇ ਫੇਸਬੁੱਕ ਆਉਂਦੇ। ਹੁਣ ਉਹਦੇ ਚ ਕੀ ਹੈ ਕਿ ਜਿਹੜੀ ਲੇਟੈਸਟ ਖਬਰ ਹੈ ਕਿ ਟਵਿੱਟਰ ਤੇ ਫੇਸਬੁੱਕ ਨੇ ਤੇ ਤਕਰੀਬਨ ਮੀਨੇ ਗੋਡੇ ਜੇ ਟੇਕ ਦਿੱਤੇ ਨੇ, ਪਰ 2 ਘੰਟੇ ਪਹਿਲਾਂ ਦੀ ਜਿਹੜੀ ਖਬਰ ਹੈ ਕਿ ਵਟਸਐਪ ਨੇ ਦਿੱਲੀ ਹਾਈ ਕੋਰਟ 'ਚ ਮੁਕੱਦਮਾ ਦਾਇਰ ਕਰ ਦਿੱਤਾ। 3 ਗੱਲਾਂ ਦੇ ਉੱਤੇ ਦਾਇਰ ਕੀਤਾ। ਪਹਿਲਾਂ ਹੁਣ ਸਾਨੂੰ ਇਹ ਸਮਝਣਾ ਪਏਗਾ ਵੀ ਇਹਨਾਂ ਗੱਲਾਂ ਦਾ ਕੀ, ਉਹਦੇ ਤੇ ਬਾਅਦ ਵਿੱਚ ਅਸੀਂ ਆਉਂਦੇ ਹਾਂ ਕਿ ਕਿਉਂ ਸਰਕਾਰ ਇਹ ਕਰ ਰਹੀ। ਗੱਲ ਹੈ ਕਿ ਮੁਕੱਦਮੇ ਦਾ ਜਿਹੜਾ ਮੇਨ ਮੁੱਦਾ ਉਹ ਹੈ ਕਿ ਇਹ ਭਾਰਤੀ ਸੰਵਿਧਾਨ ਦੇ ਖਿਲਾਫ ਹੈ, ਕਿਉਂਕਿ 2017 ਦੇ ਵਿੱਚ ਸੁਪਰੀਮ ਕੋਰਟ ਨੇ ਪੁੱਤਾ ਸਵਾਮੀ ਕੇਸ ਦੇ ਵਿੱਚ ਬਕਾਇਦਾ ਇਹ ਦਿੱਤਾ ਹੋਇਆ ਹੈ ਕਿ ਸ਼ਖਸੀ ਆਜ਼ਾਦੀ ਜਿਹੜੀ ਹੈ ਉਹ ਸੁਪਰੀਮ ਹੈ। ਜਿਹੜੀ ਪ੍ਰਾਈਵੇਸੀ ਹੈ, ਜਿਹਨੂੰ ਜੇ ਤੁਸੀਂ ਪਰਦਾਦਾਰੀ ਕਹਿ ਲਓ, ਨਿੱਜੀ ਤੁਹਾਡੀ ਜਿਹੜੀ ਚੀਜ਼ ਹੈ, ਉਹਦੇ ਤੇ ਉਦੋਂ ਤੱਕ ਵਾਰ ਨਹੀਂ ਕੀਤਾ ਜਾ ਸਕਦਾ ਜਦ ਤੱਕ ਕਾਨੂੰਨ ਜਾਂ ਕਿਸੇ ਹੋਰ ਕੋਈ ਖਤਰਾ ਇੰਜ ਦਾ ਹੋਵੇ ਕਿ ਉਹ ਤੁਹਾਨੂੰ ਦੇਖਣਾ ਪਏਗਾ ਕਿ ਇਹਦੇ ਚ ਵਾਧਾ ਘਾਟਾ ਕੀ ਹੈ, ਤਾਂ ਹੀ ਤੁਸੀਂ ਕਿਸੇ ਦੀ ਪਰਦਾਦਾਰੀ ਨੂੰ ਨਹੀਂ ਛੇੜ ਸਕਦੇ। ਹੁਣ ਇਹ ਜਿਹੜੇ ਸਰਕਾਰ ਜੋ ਮੰਗ ਕਰ ਰਹੀ ਹੈ, ਉਹ ਮੰਗ ਜਿਹੜੀ ਹੈ ਤੁਹਾਡੀ ਪਰਦਾਦਾਰੀ ਨੂੰ ਖਤਮ ਕਰਦੀ, ਕਿਉਂਕਿ ਇਹ ਚ ਇੱਕ ਵੀ ਗੱਲ ਹੈ, ਇਹ ਚ ਵੀ ਗੱਲ ਹੈ ਕਿ ਤੁਸੀਂ ਕਿਸੇ, ਇਹ ਸਾਰੇ ਜਿਹੜੇ ਸੋਸ਼ਲ ਮੀਡੀਆ ਵਾਲੇ ਨੇ ਇਹ ਦੱਸਣ ਕਿ ਪਹਿਲੀ ਵਾਰੀ ਜਦੋਂ ਗੱਲ ਸ਼ੁਰੂ ਹੋਈ ਤਾਂ ਉਹਦਾ ਸਰੋਤ ਕੀ ਸੀ। ਹੁਣ ਉਹਦੇ ਚ ਹੈ ਕਿ ਇਹ ਵੀ ਤੱਥ ਮੈਨੂੰ ਮੰਨਣ ਤੋਂ ਕੋਈ ਇਨਕਾਰ ਨਹੀਂ ਕਿ ਬੜੇ ਸਾਰੇ ਲੋਕੀ ਸੋਸ਼ਲ ਮੀਡੀਆ ਨੂੰ ਬੜਾ, ਜਿਹਨੂੰ ਕਹਿੰਦੇ ਨੇ, ਗੈਰ ਜ਼ਿੰਮੇਵਾਰਾਨਾ ਢੰਗ ਨਾਲ ਵੀ ਵਰਤਦੇ ਨੇ। ਬਿਲਕੁਲ ਉਹ ਵੱਡਾ ਮਸਲਾ ਹੈ, ਉਹ ਵੱਡਾ ਮਸਲਾ ਹੈ। ਚੇਤੇ ਰੱਖਣੀ ਚਾਹੀਦੀ ਕਿ ਜਿਉਂ ਜੀ ਸਾਡੀ ਸਰਕਾਰ ਹੈ, ਜੇ ਤੇ ਉਹਨਾਂ ਦੇ ਪੱਖ ਦੇ ਲੋਕ ਗੈਰ ਜ਼ਿੰਮੇਵਾਰਾਨਾ ਢੰਗ ਨਾਲ ਵਰਤਣਗੇ ਤੇ ਉਹਨਾਂ ਨੇ ਕੋਈ ਕਿਸੇ ਅਦਾਲਤ 'ਚ ਨਹੀਂ ਪਹੁੰਚਣਾ, ਨਾ ਹੀ ਉਹਨਾਂ ਨੇ ਕੁਝ ਕਰਨਾ ਹੈ, ਨਾ ਉਹਨਾਂ ਨੇ ਕੋਈ ਹਿਲਾਣਾ ਹੈ। ਕਿਉਂਕਿ ਇਹਦੀਆਂ ਮਿਸਾਲਾਂ ਵੀ ਹੈਗੀਆਂ ਨੇ ਕਿ ਬੜਾ ਸੋਸ਼ਲ ਮੀਡੀਆ ਤੇ ਹੀ ਆਉਂਦਾ ਰਿਹਾ ਜੀ, ਫਲਾਣੇ ਦੇ ਘਰ ਬੀਫ ਪਿਆ ਹੈ, ਫਲਾਣੇ ਨੇ ਮਾਰ ਕਾਟ ਕਰ ਦਿੱਤੀ ਹੈ, ਜਾਂ ਇਹ ਹੈ ਕਿ ਸੋਸ਼ਲ ਮੀਡੀਆ ਤੇ ਵੀ ਜੇ ਉਹ ਚਾਣ ਕੇ ਕਰ ਦਿੰਦੇ ਨੇ ਨਾ ਕਿ ਵੀ ਕਿਸਾਨ ਸਾਰੇ ਆਈ ਖਾਲਿਸਤਾਨੀ ਨੇ। ਇਹ ਸਭ ਉੱਥੇ ਨਹੀਂ ਸਰਕਾਰ ਆਏਗੀ, ਪਰ ਜਦੋਂ ਹੀ ਸਰਕਾਰ ਨੂੰ ਲੱਗੇਗਾ ਕਿ ਸੋਸ਼ਲ ਮੀਡੀਆ ਤੇ ਕੋਈ ਆ ਜਿਹੜੀ ਹੁਣ ਪਿਛਲੇ ਦਿਨਾਂ ਦੇ ਵਿੱਚ ਪਾਰੁਲ ਖੱਖਰ, ਜਿਹੜੀ ਕਿ ਅਸਲ ਦੇ ਵਿੱਚ ਗੁਜਰਾਤੀ ਔਰਤ, ਇੱਕ ਕਿਸਮ ਨਾਲ ਭਾਜਪਾ ਦੇ ਨਾਲ ਹੀ ਹੁੰਦੀ ਸੀ, ਉਹਦੀ ਕਵਿਤਾ ਜਿਹੜੀ ਪੰਜਾਬੀ ਚ ਵੀ ਲਾਸ਼ਾਂ ਢੋਣੀ ਗੰਗਾ ਜਿਹੜੀ ਹੈ ਉਹ ਵਾਇਰਲ ਹੋ ਗਈ ਹੈ। ਹੁਣ ਗੱਲ ਹੈ ਕਿ ਇੱਥੇ ਮੈਂ ਲਾਸ਼ਾਂ ਢੋਣੀ ਗੰਗਾ ਦੀ ਗੱਲ ਤਾਂ ਕੀਤੀ, ਮੈਂ ਥੋੜਾ ਜਿਹਾ ਸਰੋਤਿਆਂ ਨੂੰ ਸਮਝਾਉਣਾ ਚਾਹੁੰਦਾ ਕਿ ਇਹਦੇ ਨਾਲ ਸਮੱਸਿਆ ਕਿੱਥੇ ਖੜੀ ਹੁੰਦੀ ਹੈ। ਇਹਨਾਂ ਨੇ ਕਿਹਾ ਹੈ ਕਿ
ਸਰੋਤ ਦਿਓ ਤੇ ਸੰਦਰਭ ਦਿਓ। ਦੇਖੋ ਗੱਲ ਹੈ ਕਿ ਹਰ ਚੀਜ਼ ਦਾ ਇੱਕ ਸੰਦਰਭ ਹੁੰਦਾ ਹੈ। ਹੁਣ ਜੇ ਕਵਿਤਾ ਦੇ ਵਿੱਚ ਹੋਵੇ ਸਾਹਿਬ ਤੇਰੇ ਰਾਮ ਰਾਜ ਵਿੱਚ ਲਾਸ਼ਾਂ ਢੋਣੀ ਗੰਗਾ, ਉਹ ਇਸ਼ਾਰਾ ਕਰ ਰਹੀ ਕੋਵਿਡ ਵਿੱਚ। ਹੁਣ ਕਿਸੇ ਬੰਦੇ ਨੇ ਜੇ ਪੋਸਟ ਪਾਈ ਹੈ, ਤੁਸੀਂ ਉਹਨੂੰ ਜੇਕਰ ਕੋਰਟ 'ਚ ਲਿਜਾ ਕੇ, ਜੇ ਸਪੋਜ਼ ਕਰੋ ਕਿ ਸਾਰੇ ਜਿਹੜੇ, ਇੱਕ ਮਿੰਟ ਹੀ ਜੇ ਸੋਚੀਏ ਕਿ ਸਰਕਾਰ ਦਾ ਇਹ ਮਨਸੂਬਾ ਸਫਲ ਹੋ ਜਾਂਦਾ ਤੇ ਉਹ ਕਹਿ ਸਕਦੇ ਨੇ ਕਿ ਇਹ ਬੰਦਾ ਗੰਗਾ ਦੇ ਖਿਲਾਫ ਗੱਲਾਂ ਕਰ ਰਿਹਾ, ਕਿਉਂਕਿ ਉਹ ਸੰਦਰਭ ਮੁੱਕ ਜਾਏਗਾ ਕਿ ਇੱਕ, ਸਮਝ ਰਹੇ ਹੋ ਮੇਰੀ ਗੱਲ? ਉਹ ਉਹਦੇ ਆਤਮ ਚ ਆ ਗਈ, ਧਾਰਮਿਕ ਭਾਵਨਾਵਾਂ ਚ ਆ ਗਈ, ਕਿਸੇ ਦੇ ਭਾਵਨਾਵਾਂ ਨਾਲ ਖਿਲਵਾੜ ਦੀ ਆ ਗਈ। ਔਰ ਇਹ ਬੜਾ ਆਮ ਦੇਖਿਆ ਜਾਂਦਾ ਹੈ ਕਿ ਇਹ ਸਰਕਾਰ ਜਦੋਂ ਵੀ ਕਰੇ, ਸਰਕਾਰ ਹੀ ਨਹੀਂ, ਦੇਖੋ ਗੱਲ ਇਹ ਹੈ ਕਿ ਇਹ ਸਰਕਾਰ ਹੀ ਨਹੀਂ। ਮੈਂ ਤੁਹਾਨੂੰ ਦੱਸਦਾ ਵੀ ਸੋਸ਼ਲ ਮੀਡੀਆ ਤੇ ਗੱਲ ਜਿਹੜੀ ਅੱਜ ਕੱਲ ਚੱਲ ਰਹੀ ਹੈ, ਉਹ ਇੱਕ ਕੋਈ ਬਿਲਕੁਲ ਹੀ ਅਜੀਬ ਜਿਹਾ ਗਰੁੱਪ ਹੈ ਜਿਹਦਾ ਮੈਂ ਕਦੀ ਨਾਮ ਹੀ ਨਹੀਂ ਸੁਣਿਆ। ਉਹ ਫੇਸਬੁੱਕ ਤੇ ਪਾ ਰਿਹਾ ਜੀ ਕਿ ਗੰਗਾ ਦੇ ਕੰਢੇ ਨਾ ਮੁਸਲਮਾਨਾਂ ਨੇ ਦੱਬਣੇ ਸ਼ੁਰੂ ਕੀਤੇ ਹੋਏ ਨੇ ਆਪਣੇ ਮੁਰਦੇ, ਤੇ ਜਦੋਂ ਬਾਰਿਸ਼ ਆਉਂਦੀ ਹੈ ਤੇ ਉਹ ਬਾਹਰ ਆ ਜਾਂਦੇ ਨੇ। ਹੁਣ ਇਹਦੇ ਨਾਲ ਕੀ ਹੁੰਦਾ ਹੈ ਕਿ ਸਭ ਨੂੰ ਪਤਾ ਹੈ ਕਿ ਇਸ ਵੇਲੇ ਕੁਝ ਹੋ ਰਿਹਾ। ਮੈਨੂੰ ਉਹਦੀ ਮਿਸਾਲ, ਮਤਲਬ ਤਫਸੀਲ 'ਚ ਜਾਣ ਦੀ ਲੋੜ ਨਹੀਂ ਹੈ ਕਿ ਅਸਲ ਵਿੱਚ ਤੇ ਜੋ ਹਾਲਾਤ ਹੈ, ਜਿੰਨੇ ਲੋਕ ਮਰ ਰਹੇ ਨੇ ਉਹਦੇ ਕਰਕੇ ਹੋ ਰਿਹਾ ਹੈ, ਪਰ ਬਥੇਰੇ ਮੁਲਕ ਨੇ ਜਿਹੜੇ ਇਹ ਸੋਚਣ ਲੱਗ ਪੈਂਦੇ ਨੇ ਕਿ ਇਹ ਕੋਈ ਮੁਸਲਮਾਨਾਂ ਦੀ ਸਾਜ਼ਿਸ਼ ਹੈ। ਹੁਣ ਗੱਲ ਇਹ ਹੈ ਕਿ ਇੰਜ ਦੀ ਜਿਹੜੀ ਗੱਲ ਹੈ ਉਹਦੇ ਤੇ ਤਾਂ ਸਰਕਾਰ ਨੇ ਕਿਧਰੇ ਦਰ ਨਹੀਂ ਜੇ ਖੜਕਾਣਾ, ਪਰ ਜੇ ਕੋਈ ਸਰਕਾਰ ਦੇ ਖਿਲਾਫ ਜਾਣ ਦੀ ਗੱਲ ਹੋਏਗੀ ਨਾ ਤੇ ਉਹਦੇ ਤੇ ਦਰ ਖੜਕਾਣਗੇ। ਸੋ ਇਹਨਾਂ ਗੱਲਾਂ ਨਾਲ ਦੋ ਤਿੰਨ ਗੱਲਾਂ ਜੁੜੀਆਂ ਹੋਈਆਂ ਨੇ। ਇੱਕ ਇਹ ਹੈ ਕਿ ਇਹ ਹੁਣ ਕਹਿਣਾ ਮੁਸ਼ਕਲ ਹੈ ਕਿ ਅੱਜ ਮੁਕੱਦਮਾ ਦਾਇਰ ਹੋਇਆ ਹਾਈ ਕੋਰਟ ਵਿੱਚ, ਉਹ ਕਦੋਂ ਚੱਲਦਾ ਹੈ, ਕਿੰਨਾ ਚੱਲਦਾ ਹੈ, WhatsApp ਵਾਲੇ ਕੀ ਕਹਿੰਦੇ। ਕੋਈ WhatsApp ਵਾਲਿਆਂ ਦਾ ਕਹਿਣਾ ਹੈ ਕਿ ਅਸਲ ਵਿੱਚ ਜਦੋਂ ਸਰਕਾਰ ਕਹਿੰਦੀ ਹੈ ਸਾਨੂੰ ਸਰੋਤ ਦਿਓ ਕਿ ਵੀ ਇਹ ਕਿੱਥੋਂ ਆਇਆ, ਉਹਦਾ ਮਤਲਬ ਹੈ ਕਿ ਹਰ ਮੈਸੇਜ ਜਿਹੜਾ ਮੈਂ ਤੁਹਾਨੂੰ ਭੇਜਾਂ ਜਾਂ ਤੁਸੀਂ ਮੈਨੂੰ ਭੇਜੋ, ਉਹਦਾ ਇੱਕ ਰਿਕਾਰਡ ਰੱਖਿਆ ਜਾਵੇ, ਮਤਲਬ ਅਰਬਾਂ ਦਾ ਰਿਕਾਰਡ ਰੱਖਿਆ ਜਾਏ, ਔਰ ਉਸ ਰਿਕਾਰਡ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਤੋੜ ਮਰੋੜ ਕੇ ਵਰਤ ਸਕਦੇ ਹੋ। ਔਰ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਸਾਲਾਂ ਦਾ ਇਤਿਹਾਸ ਹੀ ਰਿਹਾ ਹੈ ਕਿ ਸਰਕਾਰ ਨੇ ਜਦੋਂ ਲੋੜ ਪਈ ਹੈ ਹਰ ਕਈ ਆਖੀ ਜਿਹੜੀ ਹੈ ਉਹਨੂੰ ਤੋੜ ਮਰੋੜ ਕੇ ਵਰਤਿਆ ਵੀ ਹੈ। ਸੋ ਇੱਕ ਤੇ ਇਹ ਗੱਲ ਜਿਹੜੀ ਹੈ ਇਹਨੂੰ ਧਿਆਨ 'ਚ ਰੱਖਣ ਦੀ ਲੋੜ ਹੈ ਕਿ ਅਸਲ ਵਿੱਚ ਇਹ ਜਿਹੜਾ ਹਮਲਾ ਹੈ ਇਹ ਸਰਕਾਰ ਦਾ ਇਹਨਾਂ ਸੋਸ਼ਲ ਮੀਡੀਆ ਦੇ ਉੱਤੇ ਹਮਲਾ ਆਮ ਲੋਕਾਂ ਦੀ ਜ਼ਬਾਨ ਵੀ ਬੰਦ ਕਰਾਉਣ ਦਾ ਹੈ। ਔਰ ਉਹ ਜ਼ਬਾਨ ਵੀ ਇੰਜ ਕਿ ਜਿਹੜੀ ਤੇ ਜੇ ਤੇ ਜ਼ਬਾਨ ਖੋਲੋਗੇ ਸਰਕਾਰ ਦੇ ਹੱਕ 'ਚ ਫਿਰ ਤੇ ਚੱਲੇਗੀ। ਮੈਂ ਹੁਣ ਰਵਾਇਤੀ ਮੀਡੀਆ ਵੱਲ ਫੇਰ ਜਾਣਾ। ਅਰਨਬ ਗੋਸਵਾਮੀ ਜੋ ਮਰਜ਼ੀ ਕਹਿ ਲੈ, ਜਿੰਨਾ ਮਰਜ਼ੀ ਝੰਗਾੜ ਲੈ, ਜਿਹਦੇ ਬਾਰੇ ਜੋ ਮਰਜ਼ੀ ਕਹਿ ਲਵੇ, ਜਾਂ ਸ਼ੰਬਿਤ ਪਾਤਰਾ ਪਰਸੋਂ ਟਵਿੱਟਰ ਨਾਲ ਦੇਖੋ ਤਾਂ ਉਹਨਾਂ ਨੇ ਟਵਿੱਟਰ ਦੇ ਉੱਤੇ ਰੇਡ ਕਰਤੀ, ਉਹਨਾਂ ਨੇ ਹਮਲਾ ਹੀ ਕਰ ਦਿੱਤਾ। ਸੋ ਇਹ ਗੱਲ ਸਮਝਣ ਦੀ ਲੋੜ ਹੈ ਕਿ ਇਹ ਹਮਲਾ ਜਿਹੜਾ ਹੈ ਇਹ ਅਸਲ ਵਿੱਚ ਸਾਡੀ ਜ਼ਾਤੀ ਆਜ਼ਾਦੀ ਤੇ ਹਮਲਾ ਹੈ। ਪਰ ਅਸੀਂ ਧਿਆਨ ਰੱਖੀਏ ਕਿ ਜੇ ਹੁੰਦਾ ਤੇ ਅਸੀਂ ਜ਼ਰਾ ਸੋਚ ਸਮਝ ਕੇ ਮੂੰਹ ਖੋਲੀਏ ਔਰ ਉਹੀ ਗੱਲਾਂ ਕਹੀਏ ਜਿਹੜੀਆਂ ਕਿ ਅਫਵਾਹਾਂ ਨਾ ਹੋਣ। ਦਰਅਸਲ ਸੁਕੀਰਤ ਜੀ, ਇੱਕ ਦੋ ਪਹਿਲੂ ਆ। ਜਦੋਂ ਇਹਨਾਂ ਨੇ ਜਿਹੜਾ ਰਵਾਇਤੀ ਮੀਡੀਆ ਸੀਗਾ ਉਹਨੂੰ ਵਾਇਆ ਕਾਰਪੋਰੇਟ ਉਹਨੂੰ ਪੂਰੀ ਤਰ੍ਹਾਂ ਕਬਜ਼ਾ ਲਿਆ, ਉਹਦੇ ਵਿੱਚ ਜਿੰਨੇ ਵੀ ਲੋਕ ਸੀਗੇ ਬੜੇ ਟੈਲੈਂਟਡ ਲੋਕ ਸੀ। ਮੈਂ ਕਈ ਵਾਰੀ ਦੇਖਦਾ ਹੈ ਕਿ ਜਿਹੜਾ ਰਵਾਇਤੀ ਮੀਡੀਆ ਸੀ ਉਹਦੇ 'ਚ ਇੰਨੇ ਸਿਆਣੇ ਲੋਕ ਸੀਗੇ, ਅਸੀਂ ਕਾਇਲ ਸੀ ਉਹਨਾਂ ਦੇ। ਹੌਲੀ ਹੌਲੀ ਉਹਨਾਂ ਦੀ ਭਾਸ਼ਾ ਉਸੇ ਰੰਗ 'ਚ ਚਲੇਗੀ ਜਿੱਥੋਂ ਸੈਲਰੀ ਆ ਰਹੀ ਹੈ। ਜਿਹੜੇ ਇੰਪਲਾਇਰ ਨੇ ਜੋ ਸੋਚਣਾ ਉਵੇਂ ਹੀ ਚੱਲਣਾ, ਔਰ ਉਹ ਬੜਾ ਆਸਾਨ ਸੀ ਕਿਉਂਕਿ ਏਡੇ ਵੱਡੇ ਮੀਡੀਆ ਲਈ ਉਹਨੂੰ ਕੰਪਨੀ ਦੇ ਰੂਪ 'ਚ ਚੱਲਣਾ ਪੈਣਾ, ਉਹਨੂੰ ਕਾਰਪੋਰੇਟ ਸਥਾਪਤੀ ਚਾਹੀਦੀ ਆ, ਉਹਨੂੰ ਸ਼ੇਅਰ ਮਾਰਕੀਟ 'ਚ ਜਾਣਾ ਹੈ, ਤੇ ਸ਼ੇਅਰ ਮਾਰਕੀਟ ਖੁੱਲੀ ਮਾਰਕੀਟ ਆ, ਉਹਦੇ ਵਿੱਚ ਜਿਹਦੇ ਕੋਲ ਪੈਸੇ ਆ ਉਹ ਆਪਣਾ ਉਹ ਹਿੱਸਾ ਖਰੀਦ ਲੈਂਦਾ। ਸੋ ਉਹ ਬੜਾ ਆਸਾਨ ਸੀਗਾ ਗਵਰਨਮੈਂਟ ਲਈ, ਔਰ ਗਵਰਨਮੈਂਟ ਨੇ ਜਿਵੇਂ ਚਾਹਿਆ ਉਸ ਮੀਡੀਆ ਨੂੰ ਉਵੇਂ ਵਰਤਿਆ, ਔਰ ਵਰਤਿਆ ਜਾ ਰਿਹਾ। ਉਹਦਾ ਕੋਈ ਸੋਲੂਸ਼ਨ ਵੀ ਨਹੀਂ ਹੈਗਾ। ਲੇਕਿਨ ਦੂਜੇ ਪਾਸੇ ਸੁਕੀਰਤ ਜੀ, ਜਦੋਂ ਸੋਸ਼ਲ ਮੀਡੀਆ ਦੇ ਰੂਪ ਦੇ ਵਿੱਚ ਇੱਕ ਅਨਿਯਮਿਤ ਕਿਸਮ ਦਾ ਗੰਦ ਵੀ ਪਰੋਸਿਆ ਜਾਣ ਲੱਗਿਆ, ਇੱਕ ਭਾਸ਼ਾ ਦੀ ਮਰਿਆਦਾ ਵੀ ਉਲੰਘੀ ਜਾਣ ਲੱਗੀ। ਅੱਜ ਵੀ ਤੁਸੀਂ ਦੇਖੋ ਕਿ ਸਾਰੀਆਂ ਪਾਰਟੀਆਂ ਨੇ IT ਵਿੰਗ ਰੱਖਿਆ। ਤੁਸੀਂ ਇੱਕ ਗੱਲ ਕਹਿੰਦੇ ਹੋ, ਉਹਦੇ ਉੱਤੇ ਇੰਨਾ ਹਮਲਾ ਹੋ ਜਾਂਦਾ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਇਹ ਕੌਣ ਆ, ਇਹਦੀ ID ਕੀ ਆ। ਤੁਹਾਨੂੰ ਇੰਨੀਆਂ ਜ਼ਬਰਦਸਤ ਤਰੀਕੇ ਨਾਲ ਟਾਰਗੇਟ ਕੀਤਾ ਜਾਂਦਾ। ਜੇਕਰ ਤੁਸੀਂ ਢੀਠਤਾਈ ਤੋਂ ਕੰਮ ਨਹੀਂ ਲੈਂਦੇ ਜਾਂ ਤੁਸੀਂ ਵਾਪਸ ਮੁੜ ਕੇ ਉਹਨਾਂ ਵੱਲ ਨਹੀਂ ਦੇਖਦੇ ਤੇ ਅਦਰਵਾਈਜ਼ ਤੁਸੀਂ ਫਿਰ ਅੱਗੇ ਜਾ ਹੀ ਨਹੀਂ ਸਕਦੇ। ਮੈਨੂੰ ਇੰਝ ਲੱਗਦਾ ਹੈ ਕਿ ਜਿਹੜੀ ਵਾਇਆ ਮੀਡੀਆ ਅਦਾਲਤ ਦੇ ਇਹ ਪ੍ਰਕਿਰਿਆ ਗਵਰਨਮੈਂਟ ਨੂੰ ਪੂਰੀ ਕਰਨ ਲਈ ਕਿਹਾ ਗਿਆ ਸੀ ਸ਼ਾਇਦ ਕੁਝ ਮਹੀਨੇ ਪਹਿਲਾਂ ਕਿ ਇਹਦੇ ਲਈ ਨਿਯਮ ਬਣਨ, ਉਹ ਨਿਯਮ ਜੋ ਗਲਤ ਹੋ ਰਿਹਾ ਉਹਦੇ ਲਈ ਬਣਾਏ ਜਾ ਸਕਦੇ ਸੀ। ਲੇਕਿਨ ਉਹਦੇ 'ਚ ਸੈਂਸਿਟਿਵਿਟੀ ਰੱਖੀ ਜਾਂਦੀ ਕਿ ਭਾਰਤ ਵਰਗਾ ਦੇਸ਼, ਜਦੋਂ ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ, ਸਾਰੀ ਜਗ੍ਹਾ ਤੇ ਇਹ ਆਜ਼ਾਦੀ ਹੈ, ਇਹ ਜਿਹੜੇ ਪਲੇਟਫਾਰਮ ਨੇ ਖੁੱਲ ਕੇ ਕੰਮ ਕਰ ਰਿਹਾ। ਭਾਰਤ ਉਨੀਆਂ ਹੱਦਾਂ ਸਰਹੱਦਾਂ 'ਚ ਰਵੇ ਜਿੱਥੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਦੂਜੇ ਦੇ ਧਰਮ ਤੇ ਦਖਲ ਦਿੱਤਾ ਜਾ ਰਿਹਾ, ਦੂਜੇ ਦੀ ਭਾਵਨਾਵਾਂ ਨੂੰ ਖਿਲਵਾੜ ਕੀਤਾ ਜਾ ਰਿਹਾ, ਕਿਸੇ ਦੇ ਜਿਹੜੇ ਜੀਣ ਦੇ ਹੱਕ ਦੇ ਉੱਤੇ ਹੱਲਾ ਬੋਲਿਆ ਜਾ ਰਿਹਾ, ਉੱਥੇ ਤੁਸੀਂ ਆਓ, ਦਖਲ ਦਿਓ, ਬਣਦਾ ਹੈ।
ਉਹ ਪਲੇਟਫਾਰਮ ਵੀ ਸਮਰੱਥ ਹੋਣੇ ਚਾਹੀਦੇ, ਉਹ ਆਪਣੇ ਤੌਰ ਤੇ ਵੀ ਇੱਕ ਡਿਸਪਲਿਨ ਰੱਖਣ। ਲੇਕਿਨ ਜਦੋਂ ਗਵਰਨਮੈਂਟ ਇਹ ਚਾਹੂਗੀ ਕਿ ਸਾਡੀ ਸੋਚ, ਸਾਡਾ ਜਿਹੜਾ ਸਿਆਸੀ ਮੰਤਵ ਹੈ, ਸਾਡਾ ਰਾਜ ਕਰਨ ਦਾ, ਸਦਾ ਰਾਜ ਕਰਨ ਦਾ ਇੱਕ ਜਿਹੜਾ ਜਜ਼ਬਾ ਹੈ ਜਾਂ ਸਾਡੀ ਚਾਹਤ ਹੈ, ਇੱਛਾ ਹੈ, ਉਹਨੂੰ ਇਹ ਸਪੋਰਟ ਕਰੇ, ਇਹ ਮੀਡੀਆ ਸਪੋਰਟ ਕਰੇ, ਉਦੋਂ ਫਿਰ ਸਮੱਸਿਆ ਖੜੀ ਹੋ ਜਾਂਦੀ ਹੈ। ਹੁਣ ਕੇਂਦਰ ਹੈ, ਫਿਰ ਕੱਲ ਨੂੰ ਸਰਕਾਰਾਂ ਨੇ, ਕਿੰਨੇ ਸਾਡੇ ਰਾਜ ਆ, ਕਿੰਨੀਆਂ ਸੱਭਿਅਤਾਵਾਂ ਨੇ, ਜਿਹੜਾ ਸੱਤਾ 'ਚ ਹੋਊਗਾ ਉਹੀ ਸਾਰੇ ਦੇ ਸਾਰੇ ਉੱਤੇ ਹੱਕ ਰੱਖ ਲੂਗਾ, ਉਹੀ ਸਾਡੇ ਉੱਤੇ ਕੀ ਕਹਿੰਦੇ ਹੁੰਦੇ ਆ, ਉਹ ਫੰਨੀਅਰ ਸੱਪ ਵਾਂਗ ਖੜਾ ਹੋ ਜਾਊਗਾ ਵੀ ਐਂ ਹੀ ਚੱਲਣਾ ਪੈਣਾ। ਫਿਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਹੁਣ ਇਸ ਦੌਰ ਦੇ ਵਿੱਚ ਤਕਲੀਫ 'ਚ ਜੀਆਂਗੇ ਜਾਂ ਕੋਰਟਾਂ ਇਹਦੇ ਵਿੱਚ ਸੈਂਸਿਟਿਵਿਟੀ ਅਪਣਾ ਸਕਦੀਆਂ? ਦੇਖੋ, ਦੋ ਗੱਲਾਂ ਨੇ ਇੱਥੇ। ਇੱਕ ਤੇ ਇਹ ਹੈ ਕਿ ਇੱਕ ਜਿਹੜਾ ਅੱਜ ਮੁਕੱਦਮਾ ਦਾਇਰ ਹੋਇਆ ਉਹਦੇ 'ਚ ਇੱਕ ਪਹਿਲੂ ਇਹ ਵੀ ਹੈ, ਔਰ ਉਹ ਅਹਿਮ ਪਹਿਲੂ ਹੈ ਜਿਹਦੇ ਵੱਲ ਮੈਨੂੰ ਲੱਗਦਾ ਸਾਨੂੰ ਧਿਆਨ ਦੇਣਾ ਚਾਹੀਦਾ, ਕਿ ਇਹੋ ਜਿਹਾ ਜਿਹੜਾ ਇੱਕ ਕਿਸਮ ਨਾਲ ਮੰਗ ਕੀਤੀ ਗਈ 3 ਮਹੀਨੇ ਪਹਿਲਾਂ, ਤੇ 26 ਮਈ ਉਹਦਾ ਆਖਰੀ ਦਿਨ ਸੀਗਾ, ਇਹ ਗੱਲ ਜਿਹੜੀ ਹੈ ਇਹ ਕਿਸੇ ਪਾਰਲੀਮੈਂਟ 'ਚ ਨਹੀਂ ਵਿਚਾਰੀ ਗਈ। ਇਹ ਬਿਲਕੁਲ ਜੀ ਹੈ ਜਿਵੇਂ ਕਿ ਦਬੜੂ ਘੁਸੜੂ ਕਿਸਾਨਾਂ ਵਾਲੇ ਕਾਨੂੰਨ ਵੀ ਜਿਹੜੇ ਨੇ, ਸਰਕਾਰ ਅਸਲ 'ਚ ਇਸ ਗੱਲ ਨੂੰ ਵੀ ਵਰਤ ਰਹੀ ਹੈ ਕਿ ਇਹ ਕੋਵਿਡ ਦੇ ਦਿਨਾਂ ਦੇ ਵਿੱਚ ਪਾਰਲੀਮੈਂਟ ਜਿਹੜੀ ਹੈ ਉਹ ਨਹੀਂ ਚੱਲ ਰਹੀ। ਹੁਣ ਇੱਕ ਮਿੰਟ ਲਈ ਅਸੀਂ ਇਹ ਫਰਜ਼ ਵੀ ਕਰ ਲਈਏ ਕਿ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਦੀ ਲੋੜ ਹੈ, ਇਹ ਫਰਜ਼ ਕਰਕੇ ਤੁਰੀਏ, ਮੰਨ ਲਈਏ। ਇੱਕ ਅਹਿਮ ਚੀਜ਼ ਹੈ ਜਿਹੜੀ ਕਿ ਸਿਰਫ ਕਿਸੇ ਜਿਹਨੂੰ ਕਹਿੰਦੇ ਨੇ ਆਰਡੀਨੈਂਸ ਨਾਲ ਨਹੀਂ ਕੀਤੀ ਜਾ ਸਕਦੀ। ਇਹ ਪੂਰੇ ਮੁਲਕ ਜਿਹੜਾ ਹੈ ਉਹਦੇ ਵਿੱਚ ਉਹਦੇ ਜਿਹੜੇ ਅਸੀਂ ਕਿਉਂ ਚੁਣਦੇ ਹਾਂ ਸੰਸਦ ਮੈਂਬਰ, ਅਸੀਂ ਕਿਉਂ ਚੁਣਦੇ ਹਾਂ ਆਪਣੇ ਐਮਐਲਏ? ਇਸ ਲਈ ਨਹੀਂ ਚੁਣਦੇ ਹੈਗੇ ਕਿ ਕੋਈ ਚੀਫ ਮਿਨਿਸਟਰ ਜਾਂ ਕੋਈ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਕੱਲਾ ਬੈਠਾ ਡਿਸਾਈਡ ਕਰ ਲੈ ਕਿ ਜੀ ਇਹ ਜਿਹੜਾ ਇਹ ਸਾਨੂੰ ਸੂਟ ਨਹੀਂ ਕਰਦਾ ਤੇ ਇਹ ਸਭ ਕੁਝ ਇੰਜ ਹੋਣਾ। ਸੋ ਇੱਕ ਸਵਾਲ ਅੱਜ ਕੋਰਟ 'ਚ ਇਹ ਵੀ ਗਿਆ। ਹੁਣ ਅੱਗੋਂ ਤੁਹਾਡਾ ਜਿਹੜਾ ਸਵਾਲ ਹੈ ਕਿ ਕੋਰਟਸ ਨੂੰ ਕਿੰਜ ਲੈਂਦੇ ਨੇ, ਦੇਖੋ ਪਿਛਲੇ ਕੁਝ ਸਾਲਾਂ ਤੋਂ ਸਾਡੀਆਂ ਅਦਾਲਤਾਂ ਦਾ ਵੀ ਰਿਕਾਰਡ ਕੋਈ ਬਹੁਤਾ ਚੰਗਾ ਨਹੀਂ ਰਿਹਾ, ਪਰ ਥੋੜਾ ਜਿਹਾ ਜੇ ਤੁਸੀਂ ਅਸੀਂ ਵੇਖਿਆ, ਹਾਲਾਂਕਿ ਬਹੁਤ ਨਵੀਂ ਗੱਲ ਹੈ, ਇਹ ਪਿਛਲੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਦੀਵਾਨ ਜਾਣ ਤੋਂ ਬਾਅਦ ਥੋੜਾ ਜਿਹਾ ਇੱਕ ਨਾ ਤੁਹਾਨੂੰ ਮੋੜ ਕੱਟਦਾ ਦਿਸਦਾ ਵੈ ਕੋਰਟ। ਕੁਝ ਫੈਸਲੇ ਇੰਜ ਦੇ ਆਏ ਨੇ ਉੱਥੇ, ਇਸ ਵੇਲੇ ਉੱਥੇ ਨਾ ਜਾਣ ਦੀ ਲੋੜ ਨਹੀਂ ਹੈ, ਜਿਹਦੇ 'ਚ ਲੱਗਦਾ ਹੈ ਕਿ ਕੋਰਟ ਹੁਣ ਨਾ ਅੱਖਾਂ ਚੱਖਾਂ ਪਾ ਕੇ ਸਰਕਾਰ ਦੇ ਵੇਖਣ ਲੱਗ ਪਈ ਜੋ ਨਹੀਂ ਸੀ ਵੇਖਣੀ ਪਿਛਲੇ। ਕੋਰਟ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ ਦੇ ਵੀ ਕੁਝ ਐਸੇ ਫੈਸਲੇ ਸੀ ਔਰ ਉਹ ਸਖਤ ਸੀਗੇ, ਉਹਨਾਂ ਦੀ ਨਜ਼ਰੀਆ ਸਖਤ ਸੀ। ਬਿਲਕੁਲ। ਸੋ ਮੈਨੂੰ ਲੱਗਦਾ ਹੈ ਕਿ ਇਹ ਹਾਲੇ ਭਵਿੱਖ ਦੀ ਕੁੱਖੇ 'ਚ ਹੈ, ਕਿਉਂਕਿ ਸਰਕਾਰ ਦੇਖੋ ਇਹਦਾ ਦੋ ਪਾਸੇ ਨੇ। ਜਿਹੜਾ ਇੱਕ ਪਾਸਾ ਤੁਸੀਂ ਲੈ ਲਿਆ ਕਿ ਸਰਕਾਰ ਨੇ ਸ਼ਖਸੀ ਆਜ਼ਾਦੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਲੱਸ ਸਰਕਾਰ ਨੇ ਮਤਲਬ ਕੋਸ਼ਿਸ਼ ਇਹ ਕੀਤੀ ਹੈਗੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਉਹਨਾਂ ਦੇ, ਦੇਖੋ ਗੱਲ ਇੱਕ ਹੋਰ ਹੈ ਕਿ ਜਿਹੜਾ ਰਵਾਇਤੀ ਮੀਡੀਆ ਹੁੰਦਾ ਨਾ ਉਹਦੇ ਤੇ ਦੋ ਕਿਸਮ ਦਾ ਦਬਾਅ ਹੋ ਸਕਦਾ। ਇੱਕ ਤੇ ਇਹ ਹੁੰਦਾ ਨਾ ਕਿ ਸੈਲਰੀਜ਼ ਦੀ ਤੁਸੀਂ ਗੱਲ ਹੀ ਕੀਤੀ, ਗੱਲ ਸਭ ਤੋਂ ਵੱਡੀ ਇਸ਼ਤਿਹਾਰੀ ਕੰਮ ਤੇ ਸਰਕਾਰ ਵੱਲੋਂ ਆਣਾ ਹੁੰਦਾ ਨਾ, ਉਹਦੇ ਬਿਨਾਂ ਚੱਲ ਨਹੀਂ ਸਕਦਾ ਹੁੰਦਾ। ਹੁਣ ਸੋਸ਼ਲ ਮੀਡੀਆ ਸਰਕਾਰ ਦੇ ਇਸ਼ਤਿਹਾਰਾਂ ਤੇ ਬਿਲਕੁਲ ਨਹੀਂ ਨਿਰਭਰ ਹੁੰਦਾ। ਬਿਲਕੁਲ। ਇਸ ਲਈ ਸਰਕਾਰ ਜਿਹੜੀ ਹੈ ਕਿਸੇ ਇਸ਼ਤਿਹਾਰੀ ਡਰਾਵੇ ਨਾਲ ਨਹੀਂ ਕਰ ਸਕਦੀ। ਦੂਜਾ ਪਾਸਾ ਸੋਸ਼ਲ ਮੀਡੀਆ ਦਾ ਕੀ ਹੁੰਦਾ ਹੈ, ਦੇਖੋ ਅਖਬਾਰਾਂ ਵੱਡੀਆਂ ਜਿਹੜੀਆਂ ਹੁੰਦੀਆਂ ਨੇ ਨਾ, ਕਿਸੇ ਵੀ ਵੱਡੇ ਬਿਜ਼ਨਸ ਵਾਂਗੂ, ਇਹ 'ਚ ਮੈਨੂੰ ਕਹਿਣ 'ਚ ਕੋਈ ਇਤਰਾਜ਼ ਨਹੀਂ ਜੇ ਇਸ ਵੇਲੇ, ਕਿ ਹਰ ਅਖਬਾਰ ਨੇ ਕੁਝ ਨਾ ਕੁਝ ਥੋੜੀਆਂ ਜਿਹੀਆਂ ਇਨਕਮ ਟੈਕਸ ਦੀਆਂ ਧਾਂਦਲੀਆਂ ਕਿਧਰੋਂ ਕੋਈ ਫੜਿਆ ਹੁੰਦਾ। ਜਿਵੇਂ ਤੁਹਾਨੂੰ ਪਤਾ ਸਿਆਸਤਦਾਨਾਂ ਦਾ ਵੀ ਹੁੰਦਾ, ਸਰਕਾਰਾਂ ਬਦਲਦੀਆਂ ਨੇ, ਉਹ ਇੱਕ ਦੂਜੇ ਦੇ ਪੋਤੜੇ ਫਰੋਲਣ ਲੱਗ ਪੈਂਦੀਆਂ, ਕਿਹਨੇ ਕਿਹੜਾ ਪਲਾਟ ਲੈ ਲਿਆ ਸੀ। ਇਹ ਕੰਮ ਅਖਬਾਰਾਂ ਵੀ ਵੱਡੀਆਂ ਕਰਦੀਆਂ ਜੀ। ਅੱਛਾ, ਹੁਣ ਗੱਲ ਇਹ ਹੈ ਕਿ ਜਦੋਂ ਸਰਕਾਰ ਦੇ ਕੋਲ ਸਾਰੀਆਂ ਫਾਈਲਾਂ ਹੁੰਦੀਆਂ, ਸਰਕਾਰਾਂ ਜਿਹੜੀਆਂ ਨੇ ਉਹ ਤੁਹਾਨੂੰ ਇੱਕ ਇਹ ਵੀ ਧਮਕੀ ਦੇ ਸਕਦੀਆਂ ਕਿ ਅਸੀਂ ਤੁਹਾਡਾ ਇਹ ਜ਼ਬਤ ਕਰ ਲਾਂਗੇ, ਉਹ ਜ਼ਬਤ ਕਰ ਲਾਂਗੇ। ਸੋ ਰਵਾਇਤੀ ਮੀਡੀਆ, ਹੁਣ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਤੇ ਬੈਠੇ ਨੇ ਨਾ ਸਾਡੇ ਤੁਹਾਡੇ ਵਰਗੇ ਲੋਕ, ਹੁਣ ਕਿਹਦੀ ਜਾਇਦਾਦ ਜ਼ਬਤ ਕਰਨੀ ਹੈ, ਕਿਹਦੇ ਪਿੱਛੇ ਪੈਣਗੇ। ਬਾਕੀ ਇੱਥੇ ਥ੍ਰੈਟ ਘੱਟ ਗੱਲ ਆ ਜਾਂਦੀ ਹੈ, ਮੈਂ ਜਿਹੜੀ ਕਹਿਣਾ ਚਾਹੁੰਦਾ ਉੱਥੇ ਆਉਂਦੀ ਹੈ ਕਿ ਜਿਹੜਾ ਇਹਨਾਂ ਨੇ ਇਹ ਕੀਤਾ ਨਾ ਕਿ ਸਰੋਤ ਰੱਖੋ, ਸੰਦਰਭ ਰੱਖੋ, ਅਸਲ 'ਚ ਇਹ ਹੈ ਕਿ ਉਹ ਤੁਹਾਨੂੰ ਇਸ਼ਾਰਾ ਕਰ ਰਹੇ ਨੇ ਕਿ ਕੱਲ ਨੂੰ ਅਸੀਂ ਕਿਸੇ ਤਰ੍ਹਾਂ ਵੀ ਇਹਨੂੰ ਤੋੜ ਮਰੋੜ ਕੇ ਤੁਹਾਨੂੰ ਅੰਦਰ ਕਰ ਸਕਦੇ, ਜਿਸ ਕਰਕੇ ਇਹਨੂੰ ਲਾਸ਼ੀ ਧੋਣੀ ਦੀ ਮਿਸਾਲ ਦਿੱਤੀ ਹੈ। ਇਸੇ ਲਈ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਹੁਣ ਮਤਲਬ ਵੈਸੇ ਮੈਂ ਕਹਿੰਦਾ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਸਿਆਣੇ ਬੰਦੇ ਨੂੰ ਇਹ ਚਾਹੀਦਾ ਕਿ ਬਿਨਾਂ ਪੜਤਾਲ ਦੇ ਵਾਧੂ ਦੀ ਬਕਵਾਸ ਉਹ ਨਾ ਕਰੇ, ਦੂਜੀ ਧਿਰ ਕਰਨੀ ਕਰੋ, ਗੱਲ ਦਾ ਜਵਾਬ ਠੀਕ ਤਰ੍ਹਾਂ ਵੀ ਦਿੱਤਾ ਜਾ ਸਕਦਾ। ਕੋਈ ਜੇ ਤੁਸੀਂ ਮੈਨੂੰ ਗਾਲ ਕੱਢੋ ਤੇ ਜ਼ਰੂਰੀ ਨਹੀਂ ਕਿ ਮੈਂ ਤੁਹਾਨੂੰ ਗਾਲ ਕੱਢ ਕੇ ਹੀ ਉਹਦਾ ਬਦਲਾ ਲੈਣਾ। ਅੱਛਾ, ਇੱਕ ਪਹਿਲੂ ਹੋਰ ਜਿਹੜਾ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਸਮਾਜ ਦਾ ਆਪਣਾ ਮੁਹਾਂਦਰਾ ਹੁੰਦਾ ਹੈ, ਤੇ ਅਸੀਂ ਆਪਣਾ ਮੁਹਾਂਦਰਾ, ਜਿਵੇਂ ਉਹ ਤਾਲਿਬਾਨ ਆ ਗਏ ਅਫਗਾਨਿਸਤਾਨ 'ਚ, ਜਾਂ ਕਈ ਹੋਰ ਵੀ ਐਸੀਆਂ ਉਦਾਹਰਨਾਂ ਨੇ, ਹੁਣ ਨਾ ਲਈਏ ਚੰਗਾ ਨਹੀਂ ਲੱਗਦਾ, ਆਪਾਂ ਕਿਸੇ ਵੀ ਵਰਗ ਵਿਸ਼ੇਸ਼ ਨੂੰ ਕਿਉਂ ਫੜਦੇ ਹਾਂ। ਸਵਾਲ ਤਾਂ ਇਹ ਹੈ ਕਿ ਸਾਡਾ ਚਿਹਰਾ ਇੱਕ ਸੱਭਿਅਕ ਜਿਹਾ ਚਿਹਰਾ ਹੈ, ਇਹ ਸੰਸਕ੍ਰਿਤੀ, ਇਹ ਫਲਸਫੇ ਤੋਂ ਆਉਂਦੀ ਹੈ। ਇਹ ਸੰਸਕ੍ਰਿਤੀ ਦੇ ਵਿੱਚ ਕਾਫੀ ਕੁਝ ਐਸਾ ਪਿਆ ਜਿਹਨੂੰ ਲੋਕ ਉਧਰੋਂ ਲੱਭਣ ਫੜਨ ਵੀ ਆਉਂਦੇ ਆ, ਜਿਹੜੇ ਯੂਰਪ ਵਾਲੇ ਸ਼ਾਂਤੀ ਲੱਭਦੇ ਆ ਜਾਂਦੇ। ਹੁਣ ਜੇਕਰ ਅਸੀਂ ਕਰੂਪ ਜਿਹਾ ਚਿਹਰਾ ਵਿਖਾਵਾਂਗੇ
ਤੇ ਸਾਡੇ ਪ੍ਰਧਾਨ ਮੰਤਰੀ ਸਟੇਟਸਮੈਨ ਦੀ ਛਵੀ ਨਾਲ ਅੱਗੇ ਵਧਣਾ ਚਾਹੁੰਦੇ ਆ। ਆਖਰ ਅਸੀਂ ਜਿਨ੍ਹਾਂ ਰਾਹਾਂ ਤੋਂ ਤੁਰੇ ਸੀ ਰਾਹ ਬਦਲ ਲਏ, ਬਿਹਤਰੀਨ ਚਿਹਰਾ ਕਰਦੇ ਕਰਦੇ ਕਰੂਪਤਾ ਵੱਲ ਜਾਵਾਂਗੇ। ਪੂਰੇ ਭਾਰਤ ਵਰਸ਼ ਦਾ ਜਿਹੜਾ ਇੱਕ ਔਰ ਸਾਡੀ ਜਿਹੜੀ ਸੱਭਿਅਤਾ ਹੈ ਉਹਦਾ ਨੰਗੇਜ ਸਾਹਮਣੇ ਆਊਗਾ। ਇਹ ਇਸ ਪੱਖ ਤੋਂ ਕਦੇ ਸਰਕਾਰਾਂ ਸੋਚਦੀਆਂ, ਜਾਂ ਜਿਹੜੇ ਬੁੱਧੀਜੀਵੀ ਇੰਟੈਲੈਕਚੁਅਲ ਜਿਹੜੇ ਸਰਕਾਰਾਂ ਦੇ ਪਿੱਛੇ ਥਿੰਕ ਟੈਂਕ ਵਾਂਗ ਤੁਰਦੇ ਆ, ਉਹਨਾਂ ਦੇ ਮਨ 'ਚ ਨਹੀਂ ਆਉਂਦਾ ਕਿ ਯਾਰ ਐਵੇਂ ਨਾ ਦਸੀਏ ਕਿ ਭੈੜੇ ਲੱਗਾਂਗੇ? ਦੇਖੋ, ਗੱਲ ਹੈ ਕਿ ਇਹ ਮੇਰੀ ਨਿੱਜੀ ਰਾਏ ਹੈ ਕਿ ਇਹ ਸਰਕਾਰ ਤੇ ਸਿਵਾਏ ਇਹਦੇ ਕਿ ਅਸੀਂ ਪੂਰੀ ਤਰ੍ਹਾਂ ਕਾਬਜ਼ ਹੋਣਾ ਹਿੰਦੁਸਤਾਨ ਤੇ ਅਸੀਂ ਅਗਲੇ 50 ਸਾਲ ਅਸੀਂ ਰਾਜ ਕਰਨਾ, ਇਸ ਤੋਂ ਪਰੇ ਨਹੀਂ ਜੇ ਸੋਚਦੀ। ਔਰ ਇਹੀ ਸਰਕਾਰ ਹੈ ਜਿਹੜੀ ਕਿ ਜਦੋਂ ਤੱਕ ਸਭ ਠੀਕ ਸੀਗਾ ਤੇ ਉਹ ਅਮਰੀਕਾ ਦੇ ਵਿੱਚ ਵੱਡੇ ਵੱਡੇ ਰੌਕ ਸਟਾਰ ਵਾਂਗੂ ਫੰਕਸ਼ਨ ਹੁੰਦੇ ਸੀ, ਉਦੋਂ ਇਹੀ ਕਿ ਜੀ ਦੇਖੋ ਬਾਹਰ ਵੀ ਵਲਾਇਤ ਸਾਡੀ ਕਿੱਡੀ ਕਿੱਡੀ ਵਾਹ ਵਾਹ ਹੋ ਰਹੀ ਹੈ ਪ੍ਰਧਾਨ ਮੰਤਰੀ। ਹੁਣ ਜਦੋਂ ਤੋਏ ਤੋਏ ਹੋਣੀ ਸ਼ੁਰੂ ਹੋਈ ਹੈ, ਉਦੋਂ ਉਹੀ ਲੋਕ ਜਿਹੜੇ ਕਹਿੰਦੇ ਹੁੰਦੇ ਸਨ ਕਿ ਦੇਖੋ ਜੀ ਅਮਰੀਕਾ 'ਚ ਕਿੱਡੇ ਵੱਡੇ ਫੰਕਸ਼ਨ ਹੁੰਦੇ ਨੇ, ਉਹੀ ਲੋਕ ਕਹਿਣ ਲੱਗ ਪਏ ਨੇ ਕਿ ਬਾਹਰ ਵਾਲੇ ਜਿਹੜੇ ਲੋਕ ਨੇ ਨਾ ਉਹ ਤੇ ਹਿੰਦੁਸਤਾਨ ਦੇ ਖਿਲਾਫ ਨੇ, ਮਤਲਬ ਚਿੱਤ ਵੀ ਤੇਰੀ ਪੱਟ ਵੀ ਮੇਰੀ। ਹੁਣ ਉਹਦੇ 'ਚ ਕੀ ਹੈ ਕਿ ਇਹਦੇ 'ਚ ਦੋ ਗੱਲਾਂ ਨੇ। ਇੱਕ ਗੱਲ ਤੇ ਇਹ ਹੈ ਕਿ ਇਹ ਸਰਕਾਰ ਜਿਹੜੀ ਹੈਗੀ ਹੈ ਇਹ ਇੱਕ ਕਬਜ਼ੇ ਦੀ ਭਾਵਨਾ ਨਾਲ ਆਈ ਹੋਈ ਸਰਕਾਰ ਹੈ। ਸੋ ਇਹਨੂੰ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਕੋਈ ਪਰਵਾਹ ਹੈ ਇਹਦੀ ਕਿ ਬਾਹਰ ਇਸ ਵੇਲੇ ਕੀ ਸੋਚਦੇ, ਉਹਨਾਂ ਨੇ ਕਰੀ ਜਾਣਾ ਆਪਣਾ। ਪਰ ਇਹਦੇ ਨਾਲ ਜੁੜੀ ਹੋਈ ਜਿਹੜੀ ਦੂਜੀ ਗੱਲ ਹੈ ਨਾ, ਤੁਸੀਂ ਸੰਸਕ੍ਰਿਤੀ ਸੱਭਿਅਤਾ ਦੀ ਗੱਲ ਕੀਤੀ, ਮੈਨੂੰ ਲੱਗਦਾ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਹਿੰਦੁਸਤਾਨ ਦਾ ਮੁਹਾਂਦਰਾ ਜਿਹੜਾ ਕੁਝ ਕੁਰੂਪ ਹੋਇਆ, ਹੋਰ ਕੀ ਲਫ਼ਜ਼ ਵਰਤਾਂ, ਕੁਝਾ ਹੋਇਆ ਪਿਛਲੇ ਕੁਝ। ਇਹ ਸਾਡਾ ਮੁਹਾਂਦਰਾ ਜਿਹੜਾ ਨਾ ਇੰਜ ਦਾ ਹੁੰਦਾ ਸੀਗਾ ਕਿ ਅਸੀਂ ਕੋਈ ਬਹੁਤ ਜ਼ਿਆਦਾ ਅਮੀਰ ਮੁਲਕ ਤੇ ਕਦੀ ਵੀ ਨਹੀਂ ਸਾਂ, ਪਰ ਸਾਡੀ ਇੱਕ ਇੱਜ਼ਤ ਸੀਗੀ, ਸਾਡੇ ਵੱਲ ਵੇਖਿਆ ਜਾਂਦਾ ਸੀਗਾ ਕਿ ਸਾਨੂੰ ਕਿਹਾ ਜਾਂਦਾ ਸੀਗਾ, ਚੀਨ ਦੇ ਮੁਕਾਬਲੇ ਕਿਹਾ ਜਾਂਦਾ ਸੀ ਕਿ ਇਹ ਦੇਖੋ ਦੋਨੋਂ ਹਮਸਾਏ ਨੇ, ਪਰ ਹਿੰਦੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਮੰਨਿਆ ਜਾਂਦਾ ਸੀ, ਆਬਾਦੀ ਦੇ ਪੱਖੋਂ ਵੀ ਅਸੀਂ ਵੱਡੇ ਅਮਰੀਕਾ ਨਾਲੋਂ। ਹੁਣ ਅਸੀਂ ਆਪਣਾ ਕੋਝਾ ਕਰ ਲਿਆ। ਪਰ ਮੈਨੂੰ ਲੱਗਦਾ ਇੱਕ ਗੱਲ ਵੱਲ ਹੋਰ ਧਿਆਨ ਅੰਦਰੂਨੀ ਤੌਰ ਤੇ ਵੀ ਦੇਣ ਦੀ ਲੋੜ ਹੈ। ਜਿਹੜਾ ਸਾਡਾ ਮੁਲਕ ਹੈ ਨਾ, ਇਹਦੇ ਚ ਬਹੁਤ ਕਿਸਮ ਦੇ ਧਰਮ ਵੀ ਨੇ ਤੇ ਬਹੁਤ ਕਿਸਮ ਦੇ ਸੂਬਿਆਂ ਦੇ ਵੀ ਆਪਣੇ ਆਪਣੇ ਸੱਭਿਅਤਾ। ਦੇਖੋ ਜ਼ਬਾਨਾਂ ਵੀ ਆਪਣੀਆਂ ਆਪਣੀਆਂ। ਜਿਸ ਤਰੀਕੇ ਨਾਲ ਜੇਕਰ ਅਸੀਂ ਇੰਜ ਕਾਬਜ਼ ਹੋਣ ਲਈ, ਇੱਕ ਮਿਸਾਲ ਤੇ ਹੀ ਹੈ ਨਾ, ਜਿਵੇਂ ਹਿੰਦੀ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਦੇ ਨਾਲ ਸਾਊਥ ਨੂੰ ਬੜਾ, ਦੱਖਣ ਵਾਲਿਆਂ ਨੂੰ ਬੜਾ ਇਤਰਾਜ਼ ਹੁੰਦਾ ਤੁਸੀਂ ਜਦੋਂ ਇੰਜ ਕਰਦੇ ਹੋ। ਫਿਰ ਕੁਝ ਗੱਲਾਂ ਨੇ ਕਿ ਕੁਝ ਦੇਖੋ, ਇੱਕ ਹੋਰ ਗੱਲ ਹੈ ਕਿ ਹਰ ਸੂਬਿਆਂ ਦੇ ਸਾਡੇ ਚ ਕਬਾਇਲੀ ਕਲਚਰ ਵੀ ਹੈ। ਹਰ ਇੱਕ ਦੀ ਸੱਭਿਅਤਾ ਜਿਹੜੀ ਹੈ ਨਾ ਉਹਨੂੰ ਇੱਜ਼ਤ ਦਿੰਦੀ। ਮੈਂ ਇੱਕ ਗੱਲ ਤੇ ਪੂਰਾ ਯਕੀਨ ਰੱਖਦਾ ਵਾਂ ਕਿ ਦੇਖੋ ਮਜ਼ਹਬ ਤੁਹਾਡਾ ਹਰ ਇੱਕ ਦਾ ਆਪਣਾ ਆਪਣਾ ਹੁੰਦਾ ਹੈ, ਪਰ ਉਸ ਮਜ਼ਹਬ ਨੂੰ ਘਰ ਦੇ ਵਿੱਚ ਕਿਸੇ ਨੂੰ ਵੀ ਜਿਸ ਤਰ੍ਹਾਂ ਵੀ ਉਹ ਚਾਹੇ ਉਹਨੂੰ ਪ੍ਰੈਕਟਿਸ ਕਰਨ ਦੀ ਇਜਾਜ਼ਤ ਹੈ। ਤੇ ਇਹ ਹਵਾ ਨਹੀਂ ਖੜਾ ਕਰਨਾ ਚਾਹੀਦਾ ਕਿ ਜੀ ਕੱਲ ਨੂੰ ਸਾਰਾ ਹਿੰਦੁਸਤਾਨ ਮੁਸਲਮਾਨ ਹੋ ਜਾਏਗਾ ਜਾਂ ਕੱਲ ਨੂੰ ਸਾਰਾ ਕ੍ਰਿਸਚੀਅਨ ਹੀ ਹੋ ਜਾਏਗਾ, ਜਾਂ ਮਤਲਬ ਜਾਂ ਕਿਸੇ ਹੋਰ ਛੋਟੇ ਧਰਮ ਨੂੰ, ਜਿਸ ਸਿੱਖੀ ਵੀ ਸ਼ਾਮਲ ਹੈ, ਉਹਨੂੰ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾਏ ਕਿ ਨਹੀਂ ਇਹ ਤੇ ਅਸਲ ਚ ਹਿੰਦੂ ਹੀ ਨੇ। ਇਹ ਸਭ ਕੁਝ ਚੱਲ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਵੀ ਵੇਖਣ ਵਾਲੀ ਲੋੜ ਹੈ ਕਿ ਇਹ ਕਿੰਨਾ ਕੁ ਚਿਰ ਇਹ ਚਲਾ ਲੈਣਗੇ, ਕਿਉਂਕਿ ਅਸੀਂ ਹਿੰਦੁਸਤਾਨੀ ਜ਼ਰੂਰ ਹਾਂ, ਪਰ ਸਾਡੇ ਜਿਹਨੂੰ ਕਹਿੰਦੇ ਨੇ ਸੱਭਿਆਚਾਰ, ਸਾਡੀ ਰਹਿਤਲ ਦੇ ਵਿੱਚ ਕਾਫੀ ਕੁਝ ਫਰਕ ਵੀ ਹੈ। ਦੱਖਣ ਤੇ ਉੱਤਰ ਚ ਬੜਾ ਫਰਕ ਹੈ, ਪੰਜਾਬ ਤੇ ਬਿਹਾਰ ਚ ਬੜਾ ਫਰਕ ਹੈ, ਉਹਨੂੰ ਭੁੱਲਣਾ ਨਹੀਂ ਚਾਹੀਦਾ। ਦੇਖੋ ਦੱਖਣ ਦੇ ਵਿੱਚ ਉਹਨਾਂ ਨੇ ਕਿਸੇ ਵੀ ਕੀਮਤ ਤੇ ਰਾਸ਼ਟਰੀ ਭਾਸ਼ਾ ਜਿਹਨੂੰ ਅਸੀਂ ਪ੍ਰਚਾਰਦਿਆਂ ਨੂੰ ਨਹੀਂ ਅਪਣਾਇਆ। ਉਹ ਆਪਣੀ ਭਾਸ਼ਾ ਚ ਅੰਗਰੇਜ਼ੀ ਬੋਲਦੇ। ਤੁਸੀਂ ਉੱਥੇ ਚਲੇ ਜਾਓ ਤੇ ਤੁਹਾਨੂੰ ਜੇ ਅੰਗਰੇਜ਼ੀ ਨਹੀਂ ਆਉਂਦੀ ਤੁਹਾਨੂੰ ਮੁਸ਼ਕਲ ਆ ਜਾਂਦੀ। ਮੈਂ ਹੁਣ ਥੋੜਾ ਅੱਗੇ ਵਧਾਂ। ਆਖਰੀ ਸਵਾਲ ਆ ਜੀ, ਕਿਉਂਕਿ ਭਾਰਤ ਵਿਕਾਸਸ਼ੀਲ ਦੇਸ਼ ਹੈ, ਅਸੀਂ ਵਿਕਸਿਤ ਨਹੀਂ ਹੈ, ਔਰ ਜਿਨ੍ਹਾਂ ਮੁਲਕਾਂ ਦੇ ਇਹ ਪਲੇਟਫਾਰਮ ਨੇ ਜਿਹਨੂੰ ਗੂਗਲ ਕਹਿੰਦੇ ਆ ਜਾਂ ਬਾਕੀ ਜਿੰਨੇ ਵੀ ਹੋਰ ਆ, ਇਹ ਵਿਕਸਿਤ ਮੁਲਕਾਂ ਦੇ ਤਗੜੇ ਘਰਾਣੇ ਨੇ, ਕਾਰਪੋਰੇਟ ਘਰਾਣੇ। ਤੁਹਾਨੂੰ ਲੱਗਦਾ ਕਿ ਜਿਹੜੇ ਸਾਡੇ ਵਰਗੇ ਦੇਸ਼ ਆ ਅਫੋਰਡ ਕਰ ਸਕਦੇ ਆ ਕਿ ਉਹ ਇਸ ਹੱਦ ਤੱਕ ਇੰਨੇ ਵੱਡੇ ਅਦਾਰਿਆਂ ਦਾ ਵਿਰੋਧ ਕਰ ਸਕਣਗੇ? ਅੰਤਰਰਾਸ਼ਟਰੀ ਦਬਾਅ ਵੀ ਹੋਣਗੇ, ਅਮਰੀਕਨ ਡੰਡਾ ਵੀ ਹੋਊਗਾ। ਤੁਹਾਨੂੰ ਲੱਗਦਾ ਹੈ ਕਿ ਇਹ ਗੱਲ ਏਡੀ ਆਸਾਨ ਨਹੀਂ ਹੋ ਸਕਣੀ ਜਿੰਨੀ ਆਸਾਨ ਸੋਚੀ ਜਾ ਰਹੀ ਆ, ਜਾਂ ਜਿੰਨਾ ਡਰ ਸੋਚਿਆ ਜਾ ਰਿਹਾ? ਐਂਡ ਆਫ ਦਾ ਡੇ ਇਹਨਾਂ ਦੇ ਆਪਣੇ ਹਿੱਤ ਨੇ। ਇਹ ਵੀ ਉਹ ਲੋਕ ਆ ਜਿਹੜੇ ਲੌਬਿੰਗ ਕਰਦੇ ਆ। ਇਹਨਾਂ ਨੇ ਵੀ ਅਖੀਰ ਦੇ ਵਿੱਚ ਸਿਆਸੀ ਲੌਬਿੰਗ ਕਰ ਲੈਣੀ ਆ ਵਰਲਡ ਵਾਈਡ, ਔਰ ਫਿਰ ਭਾਰਤ ਦੇ ਮੌਜੂਦਾ ਹਾਕਮਾਂ ਨੇ ਜਮਾ ਘਟਾਓ ਕਰਕੇ ਨੈਗੋਸੀਏਸ਼ਨ ਤੋਂ ਬਾਅਦ ਸਭ ਠੰਡਾ ਚੱਲਣ ਦੇਣਾ। ਦੇਖੋ ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਉਹ ਚ ਬੜੀ ਵਜ਼ਨਦਾਰ ਗੱਲ ਹੈ ਕਿ ਇਹ ਸਹੀ ਗੱਲ ਹੈ ਕਿ ਆਡਾ ਜਿਹੜਾ ਅਸੀਂ ਲੈ ਰਹੇ ਹਾਂ, ਇਹ ਹੁਣ ਇਸ ਵੇਲੇ ਜਿਹੜੇ ਇਹ ਜਿਹਦੇ ਕਾਰਪੋਰੇਟ ਨੇ ਨਾ, ਔਰ ਇਹ ਇੱਕ ਕਿਸਮ ਦੇ ਕਾਰਪੋਰੇਟ ਨੇ ਜਿਹੜੀ ਸਾਰੀ ਦੁਨੀਆ ਤੇ ਛਾਏ ਹੋਏ ਨੇ। ਹਾਂ, ਠੀਕ ਹੈ। ਹੁਣ ਇਹ ਹੈ ਕਿ ਦੂਜੀ ਗੱਲ ਇਹ ਹੈ ਕਿ ਸਾਨੂੰ ਨਾ ਕਈ ਵਾਰੀ ਮੈਨੂੰ ਲੱਗਦਾ ਹੈ ਕਿ ਭਰਮ ਜਿਹਾ ਪੈਦਾ ਹੋ ਜਾਂਦਾ ਕਿ ਅਸੀਂ ਕੋਈ ਬਹੁਤ ਹੀ ਵੱਡੀ ਸੁਪਰੀਮ ਤਾਕਤ ਹੋ ਗਏ, ਉਹ ਅਸੀਂ ਨਹੀਂ ਹੈ।
ਜੀ ਉਹ ਮੈਨੂੰ ਮੁੜ ਕੇ ਕਹਿਣਾ ਪੈਂਦਾ ਕਿ ਆ ਜਿਹੜੀ ਸਾਡੀ ਬਿਮਾਰੀ ਨੇ ਵੀ, ਇਸ ਮਹਾਮਾਰੀ ਨੇ ਜੋ ਬੇੜਾ ਗਰਕ ਕੀਤਾ ਹੋਇਆ ਇਸ ਵੇਲੇ, ਮਤਲਬ ਹੂੰ ਦੇਖੋ ਦਿਲ ਕੰਬਦਾ ਹੈ ਸੁਣ ਕੇ ਜੋ ਕੁਝ ਹੋ ਰਿਹਾ ਹੈ। ਹੂੰ ਇਹ ਜਿਹੜੀ ਹੁਣ ਗੱਲ ਹੈ ਵੇ ਕਿ ਅਸੀਂ ਆਪਣੀ ਜਿਹਨੂੰ ਕਹਿੰਦੇ ਨੇ, ਮੈਨੂੰ ਲੱਗਦਾ ਵੈ ਸਰਕਾਰ ਜੋ ਹੂੰ ਮਰਜ਼ੀ ਸਮਝੇ ਕਿ ਆਪਣੀ ਅਸੀਂ ਤੋਏ ਤੋਏ ਜ਼ਰੂਰ ਕਰਾਵਾਂਗੇ, ਪਰ ਇਹਦੇ ਨਾਲ ਹੀ ਮੈਂ ਵੀ ਗੱਲ ਕਹਿਣੀ ਚਾਹਾਂਗਾ ਰੰਧਾਵਾ ਜੀ ਕਿ ਹੂੰ ਸਰਕਾਰ ਵੀ ਸਾਡੀ ਜਿਸ ਕਿਸਮ ਦੀ ਹੈਗੀ ਨਾ, ਇਹ ਜਦ ਤੱਕ ਅੱਤ ਨਹੀਂ ਨਾ ਆ ਜਾਂਦੀ, ਇਹ ਆਪਣਾ ਕਦਮ ਪਿੱਛੇ ਵੀ ਨਹੀਂ ਹਟਾਉਂਦੀ। ਇਹਦੀਆਂ ਬੜੀਆਂ ਮਿਸਾਲਾਂ ਹੈਗੀਆਂ ਨੇ, ਇਸ ਲਈ ਮੈਂ ਹਾਂ ਜਾਂਦਾ ਬਿਲਕੁਲ ਪਿਆ। ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਗੱਲ ਅੱਜ ਕਿ ਵੀ ਹਾਈ ਕੋਰਟ ਚ ਚਲਾ ਗਿਆ WhatsApp, ਹੂੰ ਉਹ ਆਪਣੇ ਆਪ ਚ ਮੈਂ ਤੇ ਉਹਨੂੰ ਇੱਕ ਸ਼ੁਭ ਸ਼ਗਨ ਹੀ ਗਿਣਦਾ। ਮੈਂ ਉਹਨਾਂ ਲੋਕਾਂ ਚੋਂ ਆ ਤੁਹਾਡੇ ਵਾਂਗੂ ਜਿਹੜੇ ਮੰਨਦੇ ਨੇ ਕਿ ਸੋਸ਼ਲ ਮੀਡੀਆ ਤੇ ਸਾਨੂੰ ਸਾਰਿਆਂ ਨੂੰ ਗੈਰ ਜ਼ਿੰਮੇਵਾਰਾਨਾ ਨਹੀਂ ਹੋਣਾ ਚਾਹੀਦਾ, ਪਰ ਉਹਦਾ ਦੂਜਾ ਪਾਸਾ ਇਹ ਵੀ ਹੈ ਕਿ ਸਿਰਫ ਇਸ ਗੈਰ ਜ਼ਿੰਮੇਵਾਰਾਨਾ ਹੋਣ ਦੀ ਆੜ ਵਿੱਚ, ਇਹਦੀ ਓਟ ਵਿੱਚ ਸਾਨੂੰ ਸ਼ਖਸੀ ਆਜ਼ਾਦੀ ਦਾ ਜਿਹੜਾ ਹੈ ਨਾ ਆਪਣਾ ਸਭ ਕੁਝ ਛੱਡ ਵੀ ਨਹੀਂ ਦੇਣਾ ਚਾਹੀਦਾ। ਨਹੀਂ ਸੀ ਬੋਲਣ ਤਾਂ, ਕਿਉਂਕਿ ਤੁਸੀਂ ਸ਼ੁਰੂ ਚ ਵੀ ਕਿਹਾ ਸੀਗਾ ਲੋਕੀ ਡਰਨ ਲੱਗ ਪਏ। ਨਹੀਂ ਅੱਛਾ ਮੈਨੂੰ ਬੜਾ ਮੰਦਭਾਗਾ ਦਿਨ ਹੋਏਗਾ ਹਿੰਦੁਸਤਾਨ ਲਈ ਜੇਕਰ ਅਸੀਂ ਆਪਣੀਆਂ ਜ਼ਬਾਨਾਂ ਨੂੰ ਤਾਲੇ ਲਾ ਲਵਾਂਗੇ। ਮੈਨੂੰ ਇੰਝ ਲੱਗਦਾ ਹੈ ਕਿ ਇਸ ਜੋਲੇ 'ਚ ਸਾਰੇ ਸਿਰ ਏਡੇ ਸੌਖਿਆ ਨਹੀਂ ਆਉਣੇ ਵੀ ਜਿੱਦਾਂ ਚੁੱਪ ਕਰਕੇ ਅਸੀਂ ਜੋਲੇ ਦੇ ਵਿੱਚ ਸਿਰ ਦਈ ਚਾਣ ਦੀ ਪ੍ਰਵਿਰਤੀ ਦੇ ਸੋਚਕ ਹੈ ਇਸ ਵੇਲੇ, ਉਸ ਪ੍ਰਵਿਰਤੀ ਦੇ ਲਖਾਇਕ ਆ। ਮੈਨੂੰ ਇੰਝ ਲੱਗਦਾ ਏਡੀ ਸੌਖੀ ਜੋਲੇ 'ਚ ਸਿਰ ਨਹੀਂ ਆਉਣੇ, ਗੱਲ ਤੁਰਦੀ ਆ ਤੇ ਤੁਰਦੀ ਅੱਗੇ ਰਹੂ। ਨਹੀਂ ਆਉਣੇ, ਪਰ ਨਾਲ ਹੀ ਇਹ ਵੇ ਕਿ ਆਉਣੇ ਨਹੀਂ ਹੈ ਤੇ ਜਦੋਂ ਦੇ ਜਿਨ੍ਹਾਂ ਨੇ ਨਹੀਂ ਆਉਣ ਦੇਣੇ ਉਹਨਾਂ ਨੂੰ ਜਦੋਜਹਿਦ ਵੀ ਕਰਨੀ ਪੈਣੀ ਹੈ, ਕਿਉਂਕਿ ਸਰਕਾਰ ਜਿਹੜੀ ਹੈ ਸਾਡੀ ਕੋ ਮੰਨਣ ਵਾਲੀ ਸਰਕਾਰ ਨਹੀਂ, ਇਹ ਨਾ ਲੋਕਾਂ ਦੇ ਨਾਲ ਨਹੀਂ ਤੁਰਦੀ ਸਰਕਾਰ। ਇਹਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇੱਕ ਬੰਦਾ ਡਿਸਾਈਡ ਕਰਦਾ ਜਾਂ ਦੋ ਬੰਦੇ ਡਿਸਾਈਡ ਕਰਦੇ ਨੇ ਤੇ ਫਿਰ ਉਹਨੂੰ ਚਲਾਈ ਜਾਂਦੇ ਨੇ ਜਦ ਤੱਕ, ਫਿਰ ਇੱਕ ਕੱਢ ਲੈਂਦੇ ਨੇ ਦਲੀਲ ਵੀ ਜਦੋਂ ਵਾਪਸ ਲੈਣਾ ਹੁੰਦੀ ਹੈ। ਪਰ ਕਿਸਾਨੀ ਅੰਦੋਲਨ ਤੋਂ ਬਾਅਦ ਮੈਨੂੰ ਲੱਗਦਾ ਕਿ ਹੁਣ ਥੋੜਾ ਜਿਹਾ ਸੋਚ ਕੇ ਤੁਰਨਾ ਪਊ, ਕਿਉਂਕਿ ਇਹਨਾਂ ਨੂੰ ਲੱਗਦਾ ਨਹੀਂ ਸੀ, ਕਿਉਂਕਿ ਕਾਂਗਰਸ ਵਰਗੀ ਜਮਾਤ ਦਾ ਵਿਰੋਧ ਵਿੱਚ ਖੜੇ ਹੀ ਹੁਣ ਨਾ ਹੋਣਾ, ਸਪਾਈਨਲੈਸ ਹੋ ਜਾਣਾ, ਕਿਸੇ ਪ੍ਰਭਾਵਸ਼ਾਲੀ ਵਿਰੋਧੀ ਧਿਰ ਦੀ ਗੈਰ ਹਾਜ਼ਰੀ ਹੋ ਜਾਣਾ, ਤੇ ਫਿਰ ਕਿਸਾਨਾਂ ਦਾ ਉਸ ਗੈਰ ਹਾਜ਼ਰੀ ਉਹ ਖਲਾ ਨੂੰ ਭਰਨਾ, ਤੇ ਫਿਰ ਵਾਹਵਾ ਹੀ ਇੱਕ ਵਾਰੀ ਗੋਡੀਆਂ ਲਵਾ ਦੇਣੀਆਂ। ਮੈਨੂੰ ਲੱਗਦਾ ਹੁਣ ਫੈਸਲੇ ਏਡੇ ਸੌਖੇ ਨਹੀਂ ਆਇਆ ਕਰਨਗੇ ਵੀ ਇੱਥੇ ਆ ਕਰ ਦਿਓ, ਇੱਥੇ ਆ ਕਰ ਦਿਓ। ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ। ਮੈਂ ਫਿਰ ਤੁਹਾਨੂੰ ਨਾ ਅਖੀਰ ਤੇ ਇਹੋ ਹੀ ਗੱਲ ਕਹਿਣਾ ਚਾਹੁੰਦਾ ਕਿ ਕਿਸਾਨੀ ਅੰਦੋਲਨ ਦੀ ਮੈਂ ਤੇ ਇੱਕ ਸਾਈਡ ਦੇਣ ਵੀ ਮੰਨਦਾ ਵਾਂ ਕਿ ਉਹਨਾਂ ਸਰਕਾਰ ਦੇ ਗੋਡੇ ਨਹੀਂ ਲਵਾਏ, ਉਹਨਾਂ ਨੇ ਸਰਕਾਰ ਨੂੰ ਦਾ ਜਿਹੜਾ ਕਬਜ਼ਾ ਸੀ ਨਾ ਰਵਾਇਤੀ ਮੀਡੀਆ ਉੱਤੇ, ਉਹ ਕਬਜ਼ਾ ਵੀ ਨਹੀਂ ਤੋੜ ਸਕਿਆ ਕਿਸਾਨੀ ਅੰਦੋਲਨ, ਉਹਨੇ ਲੋਕਾਂ ਦੇ ਮਨਾਂ ਤੋਂ ਉਹ ਕਬਜ਼ਾ ਤੋੜ ਦਿੱਤਾ। ਬੜੇ ਲੋਕ ਨੇ ਜਿਹੜੇ ਹੁਣ ਸੱਚੀ ਮੁੱਚੀ ਨਹੀਂ ਦੇਖਦੇ, ਇਹ ਬੜੀ ਵੱਡੀ ਗੱਲ ਹੈ, ਇਹਨੂੰ ਅਸੀਂ ਛੋਟਾ ਨਾ ਕਰਕੇ ਵੇਖੀਏ। ਇਹ ਬੜੀ ਵੱਡੀ ਦੇਣ ਮੈਂ ਮੰਨਦਾ ਕਿਸਾਨ ਅੰਦੋਲਨ ਦੀ, ਕਿ ਉਹਨੇ ਅੱਖਾਂ ਖੋਲੀਆਂ ਨੇ ਲੋਕਾਂ ਦੀਆਂ, ਖੋਲੀਆਂ ਨੇ ਲੋਕਾਂ ਨੂੰ। ਜਦੋਂ ਉੱਥੋਂ ਖਬਰ ਨਹੀਂ ਸੀ ਮਿਲ ਰਹੀ, ਖਬਰ ਸੀਗੀ, ਖਬਰ ਮਿਲ ਨਹੀਂ ਸੀ ਰਹੀ, ਲੋਕਾਂ ਖਬਰ ਲੱਭ ਲਈ ਤੇ ਉਹਨਾਂ ਨੂੰ ਵੀ ਉਹ ਕਹਿੰਦੇ ਨਾ ਜੰਦਰਾ ਚੇਪਤਾ ਕਿ ਜੇ ਖਬਰ ਨਹੀਂ ਸਾਡੀ ਤੇ ਫਿਰ ਚਲੋ ਅਸੀਂ ਵੀ ਨਹੀਂ। ਸੁਕੀਰਤ ਜੀ ਬੜਾ ਮਜ਼ਾ ਆਉਂਦਾ ਤੁਹਾਡੇ ਨਾਲ ਗੱਲ ਕਰਕੇ, ਔਰ ਮੈਨੂੰ ਚੰਗਾ ਲੱਗਦਾ ਹੈ ਕਿ ਤੁਸੀਂ ਖਾਸ ਤੌਰ ਤੇ ਨੈਸ਼ਨਲ ਔਰ ਇੰਟਰਨੈਸ਼ਨਲ ਮਸਲਿਆਂ ਨੂੰ ਬੜੀ ਸੰਜੀਦਗੀ ਨਾਲ ਐਡਰੈਸ ਕਰ ਰਹੇ ਹੋ, ਲਿਖ ਰਹੇ ਹੋ। ਮੈਨੂੰ ਚੰਗਾ ਲੱਗ ਰਿਹਾ ਕਿ ਅਸੀਂ ਉਸ ਪਰਿਵਾਰ ਦੇ ਇੱਕ ਜੀ ਨਾਲ ਗੱਲ ਕਰ ਰਹੇ ਹਾਂ, ਜਿਸ ਪਰਿਵਾਰ ਨੇ ਸਾਲਾਂ ਤੱਕ, ਬੇਸ਼ੱਕ ਵਿਚਾਰਧਾਰਕ ਤੌਰ ਤੇ ਅਸੀਂ ਕਦੇ ਵੀ ਇੱਕ ਤਰ੍ਹਾਂ ਦੇ ਨਹੀਂ ਹੋ ਸਕਦੇ, ਲੇਕਿਨ ਆਨੰਦ ਸਾਹਿਬ ਨੇ ਨਵਾਂ ਜ਼ਮਾਨਾ ਦੇ ਰੂਪ ਚ ਪੰਜਾਬ ਦੇ ਵਿੱਚ ਸਾਹਿਤਕ ਲਹਿਰ ਵੀ ਬਣਾਈ ਸੀਗੀ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ।